ਮਿੰਟੂ ਜੀ, ਸਿੱਧੂ ਮੂਸੇਵਾਲੇ ਦੇ ਕਤਲ ਦਾ ਇੱਕ ਦੋਸ਼ੀ ਕੈਨੇਡਾ ਦੇ ਵਿੱਚੋਂ ਕੀਨੀਆ ਚਲਿਆ ਗਿਆ, ਇਹ ਖਬਰਾਂ ਆ ਰਹੀਆਂ ਨੇ, ਕੀ ਵੇਰਵਾ ਜੀ? ਹਾਂ ਬਿਲਕੁਲ। ਵੈਸੇ ਇੱਕ ਗੱਲ ਵੇਖਣ ਵਾਲੀ ਹੈ ਕਿ ਜਿੱਦਾਂ ਇੱਕ ਤੁਸੀਂ ਵੀ ਚੀਜ਼ ਨੋਟ ਕੀਤੀ ਹੋਣੀ ਹੈ ਕਿ ਸਿੰਗਰ ਅੱਗੇ ਵੀ ਕਤਲ ਹੋਏ ਸੀਗੇ, ਪਰ ਉਹਨਾਂ ਦੇ ਵਿੱਚ ਜੇ ਇੱਕ ਕਾਮਨ ਗੱਲ ਵੇਖੋਗੇ ਪਹਿਲਿਆਂ ਦੇ ਵਿੱਚ ਤੇ ਇੰਨੀ ਹਮਦਰਦੀ ਨਹੀਂ ਸੀ ਕਿਸੇ ਨਾਲ ਜੁੜੀ ਜੀ। ਸਿੱਧੂ ਮੂਸੇਵਾਲੇ ਨਾਲ ਇਦਾਂ ਹਮਦਰਦੀ ਜੁੜੀ ਹੈ ਜਿੱਦਾਂ ਦੀ ਇੱਕ ਮਿਸਾਲ ਮੇਰੇ ਖਿਆਲ ਦੇ ਨਾਲ ਗਾਮ ਹੀ ਨਹੀਂ ਵੇਖਣ ਨੂੰ ਮਿਲੇਗੀ। ਦੂਜੀ ਚੀਜ਼ ਕਿ ਪੁਲਿਸ ਇੱਕ ਵੱਖਰੇ ਐਕਸ਼ਨ ਦੇ ਵਿੱਚ ਹੈ। ਤਾਂ ਹੁਣ ਕੁਝ ਜਿਹੜੇ ਨਾਮਜ਼ਦ ਦੋਸ਼ੀ ਸੀਗੇ ਉਹ ਭੱਜ ਗਏ, ਉਹ ਕੁਝ ਨਿਕਲ ਗਏ ਸੀਗੇ ਪਹਿਲਾਂ। ਉਹਦੇ ਵਿੱਚ ਲਾਰੈਂਸ ਦਾ ਇੱਕ ਭਣੇਵਾ, ਉਹਦਾ ਨਾਮ ਹੈਗਾ ਸਚਿਨ, ਹੈਗਾ ਇਹਨਾਂ ਦੇ ਪਿੰਡ ਦੇ, ਇੱਕ ਹੈਗਾ ਸਕਾ ਭਰਾ। ਵੈਸੇ ਹੁੰਦਾ ਹੀ ਹੈ ਨਾ, ਤੁਹਾਨੂੰ ਪਤਾ ਆਪਣਾ ਖੂਨ ਜਿਹੜਾ ਹੈ ਨਾ ਉਹ ਜ਼ਿਆਦਾ ਖਿੱਚ ਪਾਉਂਦਾ ਹੈ ਕਿ ਬਈ ਇਹ ਵੀ ਫੜੇ ਜਾਣਗੇ ਤਾਂ ਕੰਮ ਖਰਾਬ ਹੋ ਜਾਏਗਾ। ਨਕਲੀ ਪਾਸਪੋਰਟ ਬਣਾ ਕੇ ਉਹਨਾਂ ਨੂੰ ਪਹਿਲਾਂ ਜੱਜ ਚਾੜ ਦਿੱਤਾ ਸੀ, ਜਦ ਕਿ ਸਾਰੀ ਰਿਓਤ ਦੇ ਵਿੱਚ ਦਾਅਵਾ ਇਹ ਕੀਤਾ ਜਾਂਦਾ ਹੈ ਕਿ ਉਹਨਾਂ ਦੋ ਬੰਦਿਆਂ ਦਾ ਰੋਲ ਸਭ ਤੋਂ ਅਹਿਮ ਸੀ। ਤਾਂ ਜਦੋਂ ਹੁਣ ਪੁਲਿਸ ਨੂੰ ਇਹ ਇਨਪੁਟ ਮਿਲੀ ਤਾਂ ਉਸ ਤੋਂ ਬਾਅਦ ਅੱਜ ਇਹਨਾਂ ਨੇ ਵੱਡੀ ਇੱਕ ਪੁਸ਼ਟੀ ਕੀਤੀ ਹੈ ਜਿਹਦੇ ਚ ਆਪਣਾ ਡੀਜੀਪੀ ਇਹ ਗੱਲ ਕਹਿ ਰਿਹਾ ਸੀਗਾ ਪੰਜਾਬ ਪੁਲਿਸ ਦਾ ਕਿ ਬਈ ਅਜ਼ਰਬੈਜਾਨ ਤੋਂ ਇਹ ਖਬਰ ਆਈ ਹੈ ਕਿ ਜਿਹੜਾ ਸਚਿਨ ਇਹਨਾਂ ਦਾ ਭਣੇਵਾ ਹੈ ਉਹਨੂੰ ਉੱਥੇ ਡਿਟੇਨ ਕਰ ਲਿਆ ਗਿਆ ਹੈ। ਜਦੋਂ ਇਹ ਖਬਰ ਆਈ ਤਾਂ ਕੁਝ ਮੀਡੀਆ ਆਊਟਲੈਟ ਨੇ ਇਹ ਦਾਅਵਾ ਕੀਤਾ ਹੈ ਕਿ ਜਿਹੜਾ ਦੂਸਰਾ ਨਾਮਜ਼ਦ ਦੋਸ਼ੀ ਹੈ ਅਨਮੋਲ, ਲਾਰੈਂਸ ਦਾ ਛੋਟਾ ਭਰਾ, ਉਹ ਕੈਨੀਆ ਦੇ ਵਿੱਚ ਹੈਗਾ ਤੇ ਉਹਨੂੰ ਵੀ ਇਹਨਾਂ ਨੇ ਲੋਕੇਟ ਕਰ ਲਿਆ। ਮਤਲਬ ਕਿ ਉਹਦੀ ਲੋਕੇਸ਼ਨ ਵੀ ਤਕਰੀਬਨ ਇਹਨਾਂ ਨੇ ਹਥਿਆ ਲਈ ਆ। ਸੋ ਇਹ ਹੁਣ ਵੱਡਾ ਸਵਾਲ ਹੈ ਕਿ ਕੀ ਵਾਕਿਆ ਇਹਦੀ ਕੋਈ ਪੁਸ਼ਟੀ ਆਉਣ ਵਾਲੇ ਸਮੇਂ 'ਚ ਹੋ ਜਾਏਗੀ ਕਿ ਕਿੰਨੀਆਂ ਸਰਕਾਰ ਦੇ ਨਾਲ ਇਹਨਾਂ ਦਾ ਕੋਈ ਉੱਥੇ ਹੋਇਆ ਰਾਬਤਾ ਤੇ ਉਸ ਤੋਂ ਬਾਅਦ ਕੀ ਕੋਈ ਰਿਸਪੌਂਸ ਦਿੰਦੇ ਨੇ ਕਿ ਨਹੀਂ। ਇਹ ਕਈ ਚੀਜ਼ਾਂ ਦਾ ਜਵਾਬ ਹਾਲੇ ਹੋਣਾ ਬਾਕੀ ਹੈ ਕਿਉਂਕਿ ਪੁਸ਼ਟੀ ਨਹੀਂ ਹੋਈ ਆਫੀਸ਼ੀਅਲੀ। ਇੱਧਰੋਂ ਸਚਿਨ ਦੇ ਮਾਮਲੇ ਦੇ ਵਿੱਚ ਪੁਸ਼ਟੀ ਹੋ ਗਈ, ਡੀਜੀਪੀ ਨੇ ਖੁਦ ਕਹਿ ਦਿੱਤਾ ਕਿ ਹਾਂ ਉਹ ਤਾਂ ਫੜਿਆ ਗਿਆ। ਔਰ ਦੂਜੀ ਗੱਲ ਇਹ ਕਿ ਕੁਝ ਮੀਡੀਆ ਆਊਟਲੈਟ ਇਹ ਕਹਿ ਰਹੇ ਨੇ ਕਿ ਤਕਰੀਬਨ 1 ਮਹੀਨਾ ਪਹਿਲਾਂ ਹੀ ਉਹਨੂੰ ਫੇਕ ਪਾਸਪੋਰਟ ਦੇ ਚੱਕਰ 'ਚ ਉੱਥੇ ਫੜ ਲਿਆ ਗਿਆ ਸੀਗਾ। ਅੱਛਾ ਜੀ। ਸ਼ਾਇਦ ਇਹਦੇ 'ਚ ਫਿਰ ਤੁਸੀਂ ਇਹ ਦੇਖ ਸਕਦੇ ਹੋ ਕਿ ਉਹਦੀ ਟ੍ਰੇਸਿੰਗ ਲਗਾਤਾਰ ਹੋਈ ਕਿਉਂਕਿ ਇਹਨਾਂ ਨੂੰ ਨਾਮ ਮਿਲ ਗਿਆ ਕਿ ਕਿਹੜੇ ਨਾਮ ਤੇ ਪਾਸਪੋਰਟ ਬਣਿਆ, ਕਿਹੜੇ ਪਤੇ ਤੇ ਬਣਿਆ। ਉਹ ਬੰਦੇ ਵੀ ਫੜ ਲਏ ਜਿਨ੍ਹਾਂ ਨੇ ਬਣਾ ਕੇ ਦਿੱਤੇ ਸਨ ਪਾਸਪੋਰਟ। ਤਾਂ ਇਹ ਸ਼ਾਇਦ ਇਹਨਾਂ ਵਾਸਤੇ ਇਨਪੁਟ ਬਹੁਤ ਵੱਡੀ ਸੀ ਤੇ ਉਸ ਤੋਂ ਬਾਅਦ ਉਹ ਟ੍ਰੇਸ ਕਰਦੇ ਗਏ। ਕਿਉਂਕਿ ਇੱਕ ਚੀਜ਼ ਹੋਰ ਵੇਖੋਗੇ ਨਾ ਵਿਜੇ ਜੀ, ਜਿਹੜੀ 48 ਦੇਸ਼ਾਂ ਦੇ ਨਾਲ ਹਵਾਲਗੀ ਸੰਧੀ ਹੈ ਇੰਡੀਆ ਦੀ, ਉਹਦੇ ਵਿੱਚ ਅਜ਼ਰਬੈਜਾਨ ਹੈ। ਰਾਈਟ, ਅਜ਼ਰਬੈਜਾਨ ਉਹਦੇ 'ਚ ਹੈਗਾ ਵਾ ਕਿਉਂਕਿ 2013 'ਚ ਇਹਨਾਂ ਨੇ ਉਹ ਸੰਧੀ ਸਾਈਨ ਕਰ ਲਈ ਸੀ। ਇੱਥੋਂ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਸੌਖਾ ਹੋਏਗਾ ਕਿ ਕੋਈ ਦਿੱਕਤ ਕੋਈ ਔਕੜ ਨਹੀਂ ਹੈ। ਕੇਨੀਆ ਜਿਹੜਾ ਉਹ ਇਸ ਟ੍ਰੀਟੀ 'ਚ ਮੈਨੂੰ ਲੱਗਦਾ ਹੈ ਨਹੀਂ ਹੈ, ਉੱਥੇ ਥੋੜੀ ਜਦੋਜਹਿਦ ਕਰਨੀ ਪਏਗੀ। ਪਰ ਕੇਨੀਆ ਦੇ ਨਾਲ ਜੇ ਇਹ ਸਾਰਾ ਦਾਅਵਾ ਸੱਚ ਹੈ ਤਾਂ ਕੇਨੀਆ ਦੇ ਨਾਲ ਕਿਉਂਕਿ ਸੰਬੰਧ ਇਹਨਾਂ ਦੇ ਅੱਛੇ ਆ। ਖੈਰ ਇਹ ਦੇਖਣਾ ਹੋਏਗਾ ਕਿ ਕਦੋਂ ਤੱਕ ਇਹ ਹਵਾਲਗੀਆਂ ਜਿਹੜੀਆਂ ਨੇਪਰੇ ਚੜ੍ਹਦੀਆਂ। ਜੇ ਇੱਕ ਨੂੰ ਫੜ ਲਿਆ ਤੇ ਦੂਸਰੇ ਨੂੰ ਇਹਨਾਂ ਨੇ ਤਕਰੀਬਨ ਫੜਨ ਦੇ ਕਗਾਰ ਤੇ ਪਹੁੰਚ ਕੇ ਇਹ ਖਬਰ ਜਿਹੜੀ ਮੀਡੀਆ ਤੱਕ ਪਹੁੰਚੀ ਹੈ ਇਹ ਸਾਰਾ ਕੁਝ ਸੱਚ ਹੈ ਤਾਂ ਇਹ ਜੋ ਕੁਝ ਕਰ ਵਿਖਾਇਆ। ਪਰ ਇਸ ਤੋਂ ਅਗਲਾ ਸਟੈਪ ਇਹ ਹੋਏਗਾ ਕਿ ਕਿੰਨੀ ਜਲਦੀ ਇਹਨਾਂ ਤੇ ਕੇਸ ਚੱਲਦੇ, ਕਿੰਨੀ ਜਲਦੀ ਇਹ ਟ੍ਰਾਇਲ ਜਿਹੜਾ ਐਂਡ ਹੁੰਦਾ। ਪਰ ਸਭ ਤੋਂ ਵੱਡੀ ਗੱਲ ਇੱਕ ਜਿਹੜੀ ਮੈਂ ਕਹਿੰਦਾ ਕਿ ਦੇਖੋ ਇਹ ਤੇ ਹੈਗੇ ਨੇ, ਚਲੋ ਇਸ ਟਾਈਮ 200-400 ਬੰਦਾ ਹੈ ਪੰਜਾਬ ਦੇ ਵਿੱਚ ਜਿਹੜਾ ਭਗੌੜਾ ਹੋਏਗਾ ਜਾਂ ਜੇਲ੍ਹਾਂ ਦੇ ਵਿੱਚ ਬੰਦ ਹੋਏਗਾ। ਰੌਲਾ ਇਹ ਹੈ ਕਿ ਇਹਨਾਂ ਦੇ ਬਾਹਰ ਫੇਰ ਗੁਰਗੇ ਤੇ ਰਹਿ ਜਾਂਦੇ ਨੇ, ਪਨੀਰੀ ਫੇਰ ਤਿਆਰ ਹੋ ਜਾਂਦੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਦੇ ਨੈਟਵਰਕ ਤੋੜਨੇ ਪੈਣਗੇ। ਜਿਵੇਂ ਹੁਣ ਤੁਸੀਂ ਦੇਖ ਹੀ ਰਹੇ ਹੋ ਕਿ ਪੰਜਾਬ ਪੁਲਿਸ ਜਦੋਜਹਿਦ ਕਰ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਨੱਥ ਪਾ ਲਈ ਜਾਵੇ। ਤਾਂ ਉਹ ਜਿਹੜੇ ਇਸ ਤਰ੍ਹਾਂ ਦੇ ਹੈਗੇ ਨੇ ਇਹਨਾਂ ਦੇ ਨੈਕਸਸ, ਤਾਂ ਉਹ ਤੋੜਨ ਵਾਸਤੇ ਜਿਹੜੇ ਮਾਈਕਲ ਸਾਫਸੇ ਨੇ, ਜਿਹੜੇ ਬਹੁਤ ਵੱਡੇ ਕਹਿ ਲੋ ਕਿ ਵੱਡੇ ਪੱਧਰ ਤੇ ਪੈਸੇ ਧੇਲੇ ਦੇ ਇਹਨਾਂ ਦੇ ਹੈਗੇ ਨੇ ਚੁਨੀਲੇ, ਉੱਥੇ ਸੱਟ ਕਰਨ ਦੀ ਜ਼ਰੂਰਤ ਹੈ। ਜਦੋਂ ਤੱਕ ਉੱਥੇ ਸੱਟ ਨਹੀਂ ਕਰੋਗੇ ਤਾਂ ਫਿਰ ਉਸ ਸਾਰੀਆਂ ਚੀਜ਼ਾਂ ਹੋਣਗੀਆਂ। ਇਹ ਹੈ ਕਿ ਜਲਦੀ ਤੋਂ ਜਲਦੀ ਜਾਂ ਤਾਂ ਸਜ਼ਾਵਾਂ ਕਰੋ। ਹੁਣ ਇਹਦੇ 'ਚ ਵੀ ਚੈਲੰਜ ਨੇ ਕਿ ਜਿੰਨੇ ਬੰਦੇ ਤੁਸੀਂ ਫੜੇ ਆ ਜਾਂ ਜਿੰਨੇ ਬੰਦੇ ਤੁਸੀਂ ਫੜ ਰਹੇ ਹੋ, ਆਉਣ ਵਾਲੇ ਸਮੇਂ ਦੇ ਵਿੱਚ ਉਹ ਗਵਾਹ ਜਿਹੜੇ ਕਿ ਬਹੁਤ ਜ਼ਿਆਦਾ ਨੇ ਇਸ ਕੇਸ ਦੇ ਵਿੱਚ, ਉਹਨਾਂ ਨੂੰ ਵੀ ਇੱਕ ਰਿਸਕ ਰਹਿੰਦਾ ਹੈ ਕਿਉਂਕਿ ਬਹੁਤ ਕੁਝ ਹੋਏਗਾ ਆਉਣ ਵਾਲੇ ਸਮੇਂ 'ਚ। ਇਹ ਕਰਦੇ ਕੀ ਹੈ ਕਿ ਹੁੰਦਾ ਜਿਵੇਂ ਆਮ ਤੌਰ ਤੇ ਤੁਸੀਂ ਸੁਣਿਆ ਹੋਏਗਾ ਪੰਜਾਬ 'ਚ ਜਿਵੇਂ ਚੱਲਦਾ ਹੀ ਹੈ ਕਿ ਜਦੋਂ ਅੰਦਰ ਹੁੰਦੇ ਉਦੋਂ ਗਵਾਹਾਂ ਨੂੰ ਧਮਕਾਉਣਾ ਸਟਾਰਟ ਕਰ ਦਿੰਦੇ, ਗਵਾਹੀਆਂ ਲੱਗਦੀਆਂ ਹੀ ਨੇ, ਜਿਹਦੇ ਕਰਕੇ ਕੇਸ ਭਰੇ ਹੋ ਜਾਂਦੇ ਆ। ਤਾਂ ਦੋ ਚੀਜ਼ਾਂ ਤੇ ਖਾਸ ਧਿਆਨ ਰੱਖਣਾ ਪਏਗਾ ਕਿ ਇੱਕ ਸਜ਼ਾਵਾਂ ਹੋਣ ਜਲਦੀ ਤੋਂ ਜਲਦੀ, ਕਿਉਂਕਿ ਜਦੋਂ ਸਜ਼ਾ ਹੋ ਜਾਂਦੀ ਆ ਤਾਂ ਫਿਰ ਬੰਦੇ ਦੀ ਜੇਲ੍ਹ ਦੀ ਸਥਿਤੀ ਵੀ ਬਦਲ ਜਾਂਦੀ ਆ। ਤਾਂ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਜਿਹੜੇ ਆਰਥਿਕ ਅਸਾਸੇ ਹੈ ਇਹਨਾਂ ਦੇ,
ਜੀ ਤਾਂ ਉਹ ਜ਼ਰੂਰ ਤੁਹਾਨੂੰ ਕਿਤੇ ਨਾ ਕਿਤੇ ਤੋੜਨੇ ਪੈਣਗੇ, ਜੇ ਨਹੀਂ ਤਾਂ ਫਿਰ ਸਥਿਤੀ ਜਾਂ ਸਮੱਸਿਆ ਜਿਹੜੀ ਉਹ ਬਦਲੇਗੀ ਨਹੀਂ। ਬਾਕੀ ਦੇਖੋ ਹੁਣ ਕੀ ਬਣਦਾ ਜਿਹੜੇ ਸਾਡੇ ਨੇਤਾ, ਵੈਸੇ ਤਾਂ ਨੇਤਾਵਾਂ ਬਾਰੇ ਤੁਹਾਨੂੰ ਪਤਾ ਹੀ ਆ, ਆਂਦੇ ਹੁੰਦੇ ਆਪਣੇ ਬੱਚੇ ਦੇ ਆਪ ਤੋਂ ਦੰਦ ਕਿਹੜਾ ਗੁੱਝੇ ਹੁੰਦੇ ਆ, ਸਾਨੂੰ ਸਾਡੇ ਲੀਡਰਾਂ ਦਾ ਪਤਾ ਹੈ। ਪਰ ਇਸ ਸਰਕਾਰ ਤੋਂ ਥੋੜੀ ਜਿਹੀ ਕਹਿ ਲਓ ਕਿ ਉਮੀਦ ਹੈਗੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਛ ਨਾ ਕੁਛ ਬਿਹਤਰ ਕਰਕੇ ਦਿਖਾਣਗੇ। ਜੀ ਮਿੰਟੂ ਜੀ, ਇੱਧਰ ਇਹ ਦੱਸਿਓ ਵੀ ਜਿਹੜੇ ਇਸ ਵੇਲੇ ਭਾਰਤ ਭੂਸ਼ਣ ਆਸ਼ੂ ਵਾਲਾ ਕੇਸ ਵਗੈਰਾ ਚੱਲ ਰਿਹਾ, ਆਪ ਤਾਂ ਜੇਲ੍ਹ 'ਚ ਨੇ ਆਸ਼ੂ ਜੀ, ਪਰ ਉਹਨਾਂ ਦੇ ਕੇਸ ਨਾਲ ਸੰਬੰਧਿਤ 2 ਫਾਈਲਾਂ ਹੀ ਗਾਇਬ ਹੋ ਗਈਆਂ ਜੀ। ਇਹ ਫਾਈਲਾਂ ਗੁੰਮ ਹੋਣ ਦਾ ਤੇ ਇਤਿਹਾਸ ਹੈ। ਵੈਸੇ ਜਿੱਦਾਂ ਤਾਸ਼ਕੰਦ ਫਾਈਲਸ ਫਿਲਮ ਬਣੀ ਆ, ਕਸ਼ਮੀਰ ਫਾਈਲਸ ਫਿਲਮ ਬਣੀ ਆ, ਇੱਕ ਗੁਜਰਾਤ ਦੰਗਿਆਂ ਤੇ ਕਿਤਾਬ ਹੈ ਗੁਜਰਾਤ ਫਾਈਲਸ, ਤਾਂ ਉਦਾਂ ਇੱਥੇ ਗਾਇਬ ਹੋਈਆਂ ਫਾਈਲਾਂ ਦੀ ਇੱਕ ਫਿਲਮ ਬਣ ਸਕਦੀ ਹੈ ਬਹੁਤ ਤਗੜੀ। ਇੱਥੇ ਮੈਂ ਕਈ ਮਿਸਾਲਾਂ ਤੁਹਾਨੂੰ ਦੇ ਸਕਦਾ, ਪਰ ਕੁਝ ਇੱਕ ਦੋ ਦੱਸ ਦੇਣਾ ਕਿ ਇੱਕ ਵਾਰੀ ਅੰਮ੍ਰਿਤਸਰ ਦੇ ਵਿੱਚ ਇੱਕ ਪੁਲਿਸ ਆਫੀਸਰ ਤੇ ਸਿਰ ਚੜ ਕੇ ਸਾਰਾ ਪਰਿਵਾਰ ਖਤਮ ਹੋ ਗਿਆ। ਤਾਂ ਜਦੋਂ ਜਿਹੜੇ ਵੇਰਕਾ ਜੀ ਹੈਗੇ ਆ, ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਐਡਵੋਕੇਟ, ਉਹਨਾਂ ਨੇ ਕੇਸ ਅੱਗੇ ਤੋਰਿਆ ਤਾਂ ਅਦਾਲਤ ਦੇ ਵਿੱਚ ਇਹ ਫਾਈਲ ਗੁੰਮ ਹੋ ਗਈ ਸਾਰਾ ਜੀ, ਕਿਉਂਕਿ ਪੁਲਿਸ ਆਫੀਸਰ ਬਹੁਤ ਟੌਪ ਦਾ ਸੀਗਾ। ਫਿਰ ਜੇ ਤੁਸੀਂ ਦੇਖੋਗੇ ਇਸ ਮਾਮਲੇ ਦੇ ਵਿੱਚ ਕਿ ਹੁਣ 2 ਫਾਈਲਾਂ ਗਾਇਬ ਹੋਈਆਂ, ਔਰ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਵਿਜੇ ਜੀ ਕਿ ਜਿਹੜਾ ਸੇਖੋ ਵਾਲਾ ਮਾਮਲਾ ਹੈ, ਸੇਖੋ ਵੀ ਇਹੀ ਕਹਿ ਰਿਹਾ ਕਿ ਮੈਂ ਜਿਹੜੀ ਇਨਵੈਸਟੀਗੇਸ਼ਨ ਕਰਕੇ ਫਾਈਲ ਭੇਜੀ ਸੀਗੀ ਉਸ ਵੇਲੇ, ਉਹ ਵੀ ਉੱਤੇ ਗਾਇਬ ਹੋ ਗਈ ਜਿਸ ਸਮੇਂ ਸਿੱਧੂ ਸਾਹਿਬ ਮੰਤਰੀ ਹੋਇਆ ਕਰਦੇ ਸਨ। ਤੇ ਇਹ ਤੇ ਆਪਣਾ ਇਤਿਹਾਸ ਹੈ ਇੰਡੀਆ ਦਾ, ਫਾਈਲਾਂ ਗਾਇਬ ਵੀ ਹੋ ਜਾਂਦੀਆਂ, ਜੇ ਗਾਇਬ ਨਾ ਹੋਣ ਤੇ ਅੱਗ ਵੀ ਲੱਗ ਜਾਂਦੀ ਜੇ ਦਫ਼ਤਰਾਂ 'ਚ, ਸ਼ਾਰਟ ਸਰਕਟ ਬਹੁਤ ਹੁੰਦਾ। ਤਾਂ ਹੁਣ ਇਸ ਮਾਮਲੇ ਦੇ ਵਿੱਚ ਇਹ ਇੱਕ ਵੱਡੀ ਅਪਡੇਟ ਆ ਕਿ 2 ਫਾਈਲਾਂ ਗਾਇਬ ਹੋਈਆਂ ਨੇ। ਇੱਕ ਤਾਂ ਹੈ ਕਿ ਸ਼ਾਇਦ ਜਿਹੜਾ ਰਕੇਸ਼ ਸਿੰਗਲਾ ਜਿਹਦੀ ਬਹੁਤ ਜ਼ਿਆਦਾ ਚਰਚਾ ਹੈ ਇਸ ਵੇਲੇ, ਉਹਨੂੰ CBC ਲਾਇਆ ਗਿਆ, ਜਿਵੇਂ ਲਾਇਆ ਗਿਆ ਜੋ ਪ੍ਰੋਸੀਜਰ ਉਹਨਾਂ ਨੇ ਚਲਾਇਆ, ਉਹ ਸਾਰਾ ਕੁਝ ਉਹਦੇ ਵਿੱਚ ਸੀ, ਉਹ ਫਾਈਲ ਨਹੀਂ ਲੱਭਦੀ। ਤਾਂ ਇੱਕ ਫਾਈਲ ਹੋਰ ਹੈ ਕੋਈ, ਦੋਵੇਂ ਫਾਈਲਾਂ ਇਸੇ ਕੇਸ ਨਾਲ ਜੁੜੀਆਂ ਨੇ। ਇਹ 2 ਫਾਈਲਾਂ ਮਹੱਤਵਪੂਰਨ ਫਾਈਲਾਂ ਨੇ। ਤਾਂ ਹੁਣ ਇਸ ਮਾਮਲੇ ਦੇ ਵਿੱਚ ਦੇਖੋ, ਜਿਹੜਾ ਡਿਪਟੀ ਡਾਇਰੈਕਟਰ ਸੀਗਾ ਸਿੰਗਲਾ, ਉਹ ਤਾਂ ਭੱਜ ਕੇ ਇੱਥੇ ਆ ਗਿਆ ਜੀ। ਤੇ ਦੂਜੀ ਗੱਲ ਜਿਹੜੀ ਹੈ ਕਿ ਹੁਣ ਜਿਹੜੇ ਪਿੱਛੇ ਰਹਿ ਗਏ ਨੇ, ਇਹਦਾ ਮਤਲਬ ਇਹ ਆ ਕਿ ਕੋਈ ਨਾ ਕੋਈ ਤਾਂ ਉੱਥੇ ਰਲਿਆ ਹੋਇਆ ਇਹਨਾਂ ਦੇ ਵਿੱਚ। ਫਿਰ ਕਹਿਣਗੇ, ਦੇਖੋ ਧਰਨੇ ਤੇ ਵੀ ਚਲੇ ਜਾਂਦੇ ਆ ਨਾ, ਜੋ ਕੋਈ ਇਹਨਾਂ ਦੇ ਇੱਕ ਨਾਲ ਦਾ ਫੜਿਆ ਜਾਵੇ, ਚਾਹੇ ਪਟਵਾਰੀ ਰਗੜਿਆ ਜਾਵੇ, ਕਾਨੂੰਗੋ ਰਗੜਿਆ ਜਾਵੇ, ਫਲਾਣਾ ਰਗੜਿਆ ਜਾਵੇ, ਤਾਂ ਦੂਸਰਾ ਸਾਰਾ ਮਹਿਕਮਾ ਇੱਥੇ ਇੱਕ ਨਵਾਂ ਹੀ ਟ੍ਰੈਂਡ ਚੱਲਿਆ ਕਿ ਹੜਤਾਲ ਕਰ ਦਿੰਦਾ ਕਿ ਲਓ ਜੀ ਅਸੀਂ ਕਲਮ ਛੱਡੀ। ਹੁਣ ਕੋਈ ਨਾ ਕੋਈ ਤਾਂ ਵਿੱਚ ਹੋਏਗਾ। ਫਿਰ ਜਦੋਂ ਇਹੋ ਜਿਹੇ ਪੰਗੇ ਲੈਂਦੇ ਆ, ਆਪਣੇ ਕੱਖੀਆਂ ਆਪ ਹੀ ਸੜਦੇ ਹੋ ਤੁਸੀਂ, ਤੁਹਾਨੂੰ ਕਿਹੜਾ ਕੋਈ ਸਾੜਦਾ। ਤਾਂ ਕਹਿਣ ਦਾ ਭਾਵ ਇਹੋ ਆ ਕਿ ਹੁਣ ਇਹ ਜਿਹੜੀਆਂ ਫਾਈਲਾਂ ਗਾਇਬ ਹੋਈਆਂ ਤਾਂ ਮਹਿਕਮੇ ਨੇ ਕੀਤੀਆਂ ਹੋਣੀਆਂ, ਹਾਲਾਂਕਿ ਉਹਦੀ ਅਲੱਗ ਤੋਂ ਜਾਂਚ ਹੋ ਜਾਏਗੀ, ਪੜਤਾਲ ਹੋ ਜਾਏਗੀ। ਪਰ ਇਸ ਮਾਮਲੇ 'ਚ ਇੱਕ ਹੋਰ ਅਪਡੇਟ ਹੈ ਕਿ ED ਵੀ ਇਨਵੋਲਵ ਹੋ ਰਹੀ ਹੈ ਇਸ ਕੇਸ ਦੇ ਵਿੱਚ, ਕਿਉਂਕਿ ਉਹਨਾਂ ਨੇ ਵਿਜੀਲੈਂਸ ਤੋਂ ਸਾਰੇ ਕਾਗਜ਼ਾਤ ਵਗੈਰਾ ਜਿਹੜੇ ਇਸ ਕੇਸ ਦੇ ਮੁਤਲਕ ਹੁੰਦੇ ਆ ਉਹ ਮੰਗਾਏ ਨੇ, ਕਿਉਂਕਿ ਉਹ ਏਜੰਸੀਆਂ ਜਿਹੜੀਆਂ ਅਲੱਗ ਤੋਂ ਕੋਈ FIR ਦਰਜ ਨਹੀਂ ਕਰਦੀਆਂ ਵਿਜੇ ਜੀ, ਦਰਜ ਹੋਈ FIR ਦੇ ਵਿੱਚੋਂ ਕੇਸ ਤੋੜ ਦਿੰਦੀਆਂ ਲੈਣ ਦੇਣ ਵਾਲਾ ਜੀ। ਹੁਣ ਲੈਣ ਦੇਣ ਵਾਲਾ ਮਸਲਾ ਕੀ ਹੈ ਕਿ ਇੱਕ ਇਨਵੈਸਟਰ ਤਗੜਾ ਲੁਧਿਆਣੇ ਦਾ, ਜਿਹਨੂੰ ਪੁੱਛਗਿੱਛ ਲਈ ਬੁਲਾਇਆ ਵੀ ਗਿਆ ਸੀ, ਹਿੰਮਤ ਉਹਦਾ ਨਾਮ ਆ, ਇਹ ਕਿਤੇ ਨਾ ਕਿਤੇ ਸ਼ੱਕ ਜਤਾਇਆ ਜਾ ਰਿਹਾ ਕਿ ਕਥਿਤ ਤੌਰ ਤੇ ਬਹੁਤ ਸਾਰਾ ਪੈਸਾ ਇਹ ਬਾਈਪਾਸ ਕਰਕੇ ਸਾਰਿਆਂ ਨੂੰ ਉਹ ਬਾਹਰ ਭੇਜਿਆ ਗਿਆ। ਇਸੇ ਕਰਕੇ ਸ਼ਾਇਦ ED ਦਾ ਲਿੰਕ ਨਾਲ ਜੁੜ ਰਿਹਾ ਕਿ ED ਵੀ ਆ ਰਹੀ ਆ। ਵੈਸੇ ED ਤੇ ਮਜ਼ਾਕ ਵੀ ਬੜੇ ਹੁੰਦੇ ਨੇ, ਜੋਕ ਵੀ ਬੜੇ ਹੁੰਦੇ। ਇੱਕ ਫੋਨ ਕਰ ਰਿਹਾ, ਮੈਂ ED ਸੇ ਬੋਲ ਰਹਾ ਹੂੰ, ਉਹ ਕਹਿੰਦਾ ਜੀ ਸਰ, ਕਹਿੰਦਾ ਜੀ ਮੈਂ ਤਾਂ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਰਹੀ ਹੈ। ਉਹ ਅੱਛਾ, ਸੌਰੀ ਸਰ। ਤਾਂ ED ਦਾ ਹਾਲ ਵੀ ਕੁਝ ਐਸਾ ਬਣਿਆ ਪਿਆ ਵੀ ਜੇ ਮੰਨ ਲਓ ਕੇਸ ਦੇ ਵਿੱਚੋਂ ਕੁਛ ਨਾ ਨਿਕਲੇ ਤਾਂ ਕੇਸ ਵਾਲੇ ਨੂੰ ਵੀ ਨਾਲ ਲੈ ਜਾਂਦੇ ਆ ਸੂਟ ਕੇਸ 'ਚ ਪਾ ਕੇ ਵੀ ਆ ਭਾਰਤੀ ਜਨਤਾ ਪਾਰਟੀ 'ਚ ਚਲੇ ਜੀ। ਇਹ ਹੈਗਾ ਨਾ, ਇਹ ਵੀ ਚੱਲਣ ਚੱਲਦਾ। ਤਾਂ ਦੇਖਣਾ ਹੋਏਗਾ ਕਿ ED ਕੁਛ ਨਾ ਕੁਛ ਇਧਰੋਂ ਕੱਢਦੀ ਹੈ, ਕੀ ਲਿੰਕ ਨਿਕਲਦੇ ਨੇ, ਕਿ ਇਹ ਜਿਹੜੀ ਇਨਵੈਸਟਮੈਂਟ ਕੋਈ ਹੋਈ ਆ 2 ਨੰਬਰ ਦੀ, ਕਿ ਉਹਦੇ 'ਚ ਕੋਈ ਕੇਸ ਅੱਗੇ ਤੋਰਦੇ ਆ, ਸਬੂਤ ਇਕੱਠੇ ਕਰਦੇ ਆ। ਤਾਂ ਮਹੱਤਵਪੂਰਨ ਪੜਾਅ ਹੈ ਇਸ ਮਾਮਲੇ ਦਾ, ਜਿਹਦੇ ਵਿੱਚ ਫਾਈਲਾਂ ਵੀ ਗਾਇਬ ਹੋ ਰਹੀਆਂ ਤੇ ਜਿਹਦੇ ਵਿੱਚ ਉਹ ਅਫਸਰ ਜਿਹਨੇ ਸਾਰਾ ਕੁਝ ਕੀਤਾ ਕਰਾਇਆ ਉਹ ਵੀ ਗਾਇਬ ਹੋ ਰਿਹਾ। ਹੁਣ ਕੀ ਗਾਇਬ ਹੁੰਦਾ ਆਉਣ ਵਾਲੇ ਸਮੇਂ 'ਚ ਦੇਖੋ ਜੀ। ਅੱਛਾ, ਇਹ ਦੱਸਿਓ ਜੀ, ਪਿਛਲੇ ਹਫ਼ਤੇ ਤੋਂ ਤੁਸੀਂ ਇਹ ਗੱਲ ਸਾਂਝੀ ਕਰ ਰਹੇ ਸੀ ਕਿ ਸਿੱਟ ਵੱਲੋਂ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆ, ਉਹਨਾਂ ਨੇ ਸੁਖਬੀਰ ਬਾਦਲ ਨੂੰ ਸੰਮਨ ਕਰ ਲਿਆ ਸੀ। ਸੁਖਬੀਰ ਬਾਦਲ ਕਹਿੰਦੇ ਰਹੇ ਮੈਨੂੰ ਤਾਂ ਸੰਮਨ ਮਿਲਿਆ ਹੀ ਕੋਈ ਨਹੀਂ। ਸੋ ਉਸ ਮਾਮਲੇ ਦਾ ਕੀ ਬਣਿਆ ਜੀ? ਫਿਰ ਸਿੱਟ ਮੂਹਰੇ ਪੇਸ਼ ਹੋਏ ਨਹੀਂ ਆਖਰ ਸੁਖਬੀਰ ਬਾਦਲ?
ਨਹੀਂ ਉਹ ਹੋਏ ਨਹੀਂ ਪੇਸ਼, ਪਰ ਅਦਾਲਤ ਦੇ ਵਿੱਚ ਪੇਸ਼ ਹੋ ਗਿਆ। ਅੱਛਾ ਜੀ। ਸੁਖਬੀਰ ਸਿੰਘ ਬਾਦਲ ਵੀ ਰਾਜਨੀਤੀ ਦਾ ਹੁਣ ਪ੍ਰੋੜ ਖਿਡਾਰੀ ਆ, ਪੂਰਾ ਪਰਪੱਕ ਖਿਡਾਰੀ ਆ, ਐ ਨਹੀਂ ਹੈ ਕਿ ਉਹ ਸਿਖੰਦਰੂ ਹੈ। ਤਾਂ ਹੁਣ ਜਿਹੜੀ ਸਮਣ ਖੇਡ ਸੀਗੀ ਉਹ ਤਾਂ ਇਸ ਪੜਾਅ ਤੇ ਆ ਕੇ ਮੁੱਕ ਗਈ ਕਿ ਐਸਆਈਟੀ ਨੇ ਅੱਜ ਇਹ ਵਰਸ਼ਨ ਦੇ ਦਿੱਤਾ ਆਫੀਸ਼ੀਅਲੀ, ਕਹਿੰਦੇ ਕਿ ਅਸੀਂ 2 ਮਰਤਬਾ ਇਹਨਾਂ ਦੇ ਘਰ ਸੰਮਨ ਕਰਦੇ ਨੇ, ਹੁਣ ਇਹ ਮਿਲਦੇ ਨਹੀਂ, ਕੀ ਕਰੀਏ? ਕਹਿੰਦੇ ਜੀ ਸਾਨੂੰ ਕਹਿੰਦੇ ਵਿਦੇਸ਼ ਗਏ ਨੇ। ਮੈਂ ਕਿਹਾ ਵੀ ਤੁਸੀਂ ਸ਼ਾਇਦ ਟੈਲੀਵਿਜ਼ਨ ਨਹੀਂ ਦੇਖਦੇ, ਉਹ ਤੇ ਪ੍ਰਧਾਨ ਜੀ ਤੇ ਪਰਸੋਂ ਚੌਥ ਦੀਆਂ ਪ੍ਰੈਸ ਕਾਨਫਰੰਸਾਂ ਕਰੀ ਜਾਂਦੇ ਨੇ। ਤੇ ਦੂਜੇ ਪਾਸੇ ਇਹ ਕਹਿੰਦੇ ਨੇ ਕਿ ਨਹੀਂ ਜੀ ਸੰਮਣ ਸਾਨੂੰ ਹੁਣ ਸ਼ਾਮੀ ਜਾ ਕੇ ਇਹਨਾਂ ਦਾ ਪਤਾ ਲੱਗਿਆ, ਉਸ ਤੋਂ ਪਹਿਲਾਂ ਅਸੀਂ ਤੇ ਪੇਸ਼ੀ ਤੇ ਚਲੇ ਗਏ ਤੇ ਐਸਆਈਟੀ ਨੂੰ ਕਹਿ ਦਿੱਤਾ ਕਿ ਬਈ ਤੁਸੀਂ ਨਵੀਂ ਤਰੀਕ ਦੇ ਦਿਓ, ਕੋਈ ਗੱਲ ਨਹੀਂ, ਜਾਂਚ ਪੜਤਾਲ ਤੋਂ ਆਪਾਂ ਕਿਤੇ ਭੱਜੇ ਜਾਂਦੇ ਆ, ਤੁਹਾਡੇ ਕੋਲ ਹੀ ਰਹਿਣਾ ਜਿੱਦਾਂ ਕਰਦੇ ਹੁੰਦੇ ਆ। ਤਾਂ ਹੁਣ ਇਸ ਮਾਮਲੇ 'ਚ ਜਿਹੜੇ ਆਮ ਆਦਮੀ ਪਾਰਟੀ ਵਾਲੇ ਆ ਉਹ ਕਹਿੰਦੇ ਕਿ ਵੇਖੋ ਅਸੀਂ ਤੁਹਾਨੂੰ ਕਹਿੰਦੇ ਸੀਗੇ ਨਾ ਕਿ ਇਹਨਾਂ 'ਚ ਬੇਈਮਾਨੀ ਹੈਗੀ, ਇਹਨਾਂ 'ਚ ਖੋਟ ਹੈ, ਦੇਖੋ ਹੁਣ ਪੇਸ਼ ਨਹੀਂ ਹੋ ਰਿਹਾ। ਮਤਲਬ ਇਸ ਤਰ੍ਹਾਂ ਹੁਣ ਇਹ ਰਾਜਨੀਤੀ ਚੱਲ ਰਹੀ ਹੈ ਜਿਹਦੀ ਆਪਾਂ ਪਿਛਲੇ ਕਈ ਦਿਨਾਂ ਤੋਂ ਗੱਲ ਕਰਦੇ ਪਏ ਹਾਂ। ਪਰ ਮੈਨੂੰ ਇਹ ਲੱਗਦਾ ਕਿ ਜ਼ਿਲ੍ਹੇ ਦੇ ਵਿੱਚ ਜਿਹੜੀ ਪੇਸ਼ੀ ਸੀਗੀ ਉਹਦਾ ਫਾਇਦਾ ਸੁਖਬੀਰ ਸਿੰਘ ਬਾਦਲ ਨੇ ਬਖੂਬੀ ਚੁੱਕ ਲਿਆ, ਐਡਵਾਂਟੇਜ ਲੈ ਗਿਆ, ਕਿਉਂਕਿ ਹੁਣ ਉਹਦੇ ਤੇ ਬਹੁਤੀ ਜ਼ਿਆਦੀ ਤੁਸੀਂ ਟੀਕਾ ਟਿੱਪਣੀ ਨਹੀਂ ਕਰ ਸਕਦੇ। ਉਹ ਅਗਲੇ ਕਹਿਣਗੇ ਕਿ ਹਾਂਜੀ ਸਾਡੀ ਤਾਂ ਤਰੀਕ ਸੀ, ਅਸੀਂ ਉਧਰ ਵੀ ਪੇਸ਼ ਹੋਣਾ ਸੀ, ਅਸੀਂ ਹੋ ਗਏ ਜਾ ਕੇ। ਪਰ ਇਹਨਾਂ ਨੇ ਹੁਣ 14 ਸਤੰਬਰ ਦੀ ਤਰੀਕ ਰੱਖੀ ਆ, ਤਾਂ ਤਕਰੀਬਨ ਲਾ ਲਓ ਕਿ 15 ਦਿਨ ਦਾ ਸਮਾਂ ਮਿਲਿਆ। ਤਾਂ 15 ਦਿਨਾਂ ਦੇ ਵਿੱਚ ਵੇਖੋ ਇਹ ਆਖਰੀ, ਜਿਵੇਂ ਮੈਂ ਵਾਰ-ਵਾਰ ਕਹਿ ਰਿਹਾ, ਜਿਵੇਂ ਆਪਾਂ ਕਹਿੰਦੇ ਨਾ ਪੱਕਾ ਪੇਪਰ, ਤੇ ਪੱਕੇ ਪੇਪਰ ਦੇ ਵਿੱਚ ਵੀ ਜਿੱਦਣ ਅਖੀਰਲਾ ਹੁੰਦਾ ਆਪਾਂ ਕਹਿੰਦੇ ਭਾਵੇਂ ਡਰਾਇੰਗ ਦਾ ਹੀ ਹੋਵੇ ਸਾਰਾ ਜ਼ੋਰ ਲਾ ਦੇ, ਇਹਦੇ ਚ ਨੰਬਰ ਵੱਧ ਆ ਗਏ ਟੋਟਲ ਵਧੀਆ ਬਣ ਜੂ। ਮੇਰੇ ਵਰਗਾ ਐਵਰੇਜ ਬੰਦਾ ਇਹੀ ਸੋਚਦਾ ਡਰਾਇੰਗ ਰੂਮ ਵਰਗਾ ਕੰਮ ਚੱਕ ਦਿਓ, ਅਖੀਰਲੇ ਚ ਥੋੜੇ ਟੋਟਲ ਚ ਜੁੜ ਜਾਣਗੇ। ਤਾਂ ਇਹ ਅਖੀਰਲਾ ਹੀ ਆ ਪੱਕਾ ਪੇਪਰ, ਇਹ ਤਿਆਰੀ ਨਾਲ ਜਾਣਗੇ, ਕਿਉਂਕਿ ਸਵਾਲ ਉਹੇ ਦਾ ਉਹੀ ਹੈ, ਸਵਾਲ ਉਹੀ ਰਹਿਣਾ, ਚਾਹੇ ਉਹ ਮੀਡੀਆ ਕਰ ਲਵੇ ਚਾਹੇ ਉਹ ਐਸਆਈਟੀ ਕਰੇ, ਕਿ ਭਾਈ ਜੇ ਐਸਡੀਐਮ ਤੁਸੀਂ ਕਹਿੰਦੇ ਹੋ ਕਿ ਐਸਡੀਐਮ ਨੇ ਆਰਡਰ ਪਾਸ ਕੀਤੇ, ਪਰ ਐਸਡੀਐਮ ਤਾਂ ਇਹ ਵੀ ਲਿਖ ਰਿਹਾ ਨਾ ਕਿ ਮੈਂ ਗੋਲੀ ਸਿੱਧੀ ਮਾਰਨ ਦੇ ਹੁਕਮ ਨਹੀਂ ਦਿੱਤੇ, ਉਹ ਕਿਹਨੇ ਦਿੱਤੇ? ਤਾਂ ਇਹਦੇ ਵਾਸਤੇ ਤੁਹਾਨੂੰ ਬਹੁਤ ਸਾਰੀ ਤਿਆਰੀ ਕਰਨੀ ਪਏਗੀ, ਕਿਉਂਕਿ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੰਨੇ ਨਾ ਪਤਾ ਜੀ, ਕਿਉਂਕਿ ਤੁਸੀਂ ਤਤਕਾਲੀ ਹੋਮ ਮਿਨਿਸਟਰ ਹੋ। ਜਾਂ ਤਾਂ ਫਿਰ ਤੁਹਾਨੂੰ ਇੱਕ ਠੋਕ ਕੇ ਉੱਥੇ ਕਹਿਣਾ ਪਏਗਾ ਕਿ ਹਾਂਜੀ ਪੁਲਿਸ ਅਫਸਰਾਂ ਨੇ ਆਪਣੇ ਪੱਧਰ ਤੇ ਆਪ ਉਧਰੀ ਕੀਤੀ, ਉਹਨਾਂ ਦੀ ਆਪਣੀ ਜਿਹੜੀ ਆ ਉੱਥੇ ਕਹਿ ਲਓ ਹੋਸ਼ ਗਵਾਚ ਗਈ। ਜੇ ਇਹ ਗੱਲ ਕਹਿੰਦੇ ਆ ਤੇ ਫਿਰ ਵੀ ਬਹੁਤ ਬਾਜੀ ਪੁੱਠੀ ਪੈਣ ਦੀ ਸੰਭਾਵਨਾ ਹੈ ਨਾ। ਕਿਉਂਕਿ ਫਿਰ ਉਸ ਤੋਂ ਬਾਅਦ ਵੀ ਤੇ ਤੁਸੀਂ ਰਾਜ ਕਰਤਾ ਸੀਗੇ ਨਾ, ਉਸ ਟਾਈਮ ਕੋਈ ਹੋਰ ਨਹੀਂ ਸੀ, ਇਹ ਕਾਰਵਾਈਆਂ ਕਰਨਾ ਤੁਹਾਡਾ ਫਰਜ਼ ਬਣਦਾ ਸੀ। ਸੋ ਇਸ ਕਰਕੇ ਕਾਫੀ ਕੁਝ ਵੇਖਿਆ ਜਾਏਗਾ, ਰਾਜਨੀਤਿਕ ਤੌਰ ਤੇ ਨਫਾ ਨੁਕਸਾਨ ਦੀ ਗੇਮ ਵੀ ਚੱਲਦੀ ਆ। ਆਮ ਆਦਮੀ ਪਾਰਟੀ ਇਹਦੇ ਚੋਂ ਗੇਨ ਕਰਨਾ ਚਾਹੇਗੀ ਕੁਛ ਨਾ ਕੁਛ, ਤਾਂ ਉਹ ਦੂਸਰੇ ਪਾਸੇ ਅਕਾਲੀਆਂ ਨੂੰ ਪਤਾ ਕਿ ਜੇ ਇਸ ਹੀਲੇ ਚੋਂ ਨਿਕਲ ਗਏ, ਜੇ ਇਸ ਆਖਰੀ ਹੀਲੇ ਚੋਂ ਨਿਕਲ ਗਏ, ਫਿਰ ਲਈ ਦੇ ਥੋੜੇ ਬਹੁਤੇ ਆਪਾਂ ਨੰਬਰ ਕੁੱਟ ਜਾਵਾਂਗੇ ਕਿ ਵੇਖ ਲਓ ਬਾਈ ਅਸੀਂ ਹਰੇਕ ਜਾਂਚ ਪੜਤਾਲ 'ਚ ਸਹਿਯੋਗ ਕੀਤਾ, ਹਰੇਕ ਜਾਂਚ ਪੜਤਾਲ 'ਚੋਂ ਅਸੀਂ ਨਿਕਲ ਹੋਏ ਜੀ। ਤੇ ਮਿੰਟੂ ਜੀ ਕੁਝ ਅੰਕੜੇ ਜਿਹੜੇ ਸਾਹਮਣੇ ਆਏ ਨੇ ਬੜੇ ਡਿਸਟਰਬਿੰਗ ਨੰਬਰਸ ਨੇ ਇਹ, ਜਿਹਦੇ ਵਿੱਚੋਂ ਪਤਾ ਲੱਗ ਰਿਹਾ ਵੀ ਪੰਜਾਬੀਆਂ ਦੇ ਵਿੱਚ ਖੁਦਕੁਸ਼ੀ ਦੀ ਦਰ ਜ਼ਿਆਦਾ ਹੈ, ਵਧੇਰੇ ਹੈ, ਤੇ ਇਹਦੇ ਪਿੱਛੇ ਰੀਜ਼ਨ ਜੋ ਦੱਸਿਆ ਗਿਆ ਉਹਦੇ ਬਾਰੇ ਜ਼ਰੂਰ ਦੱਸੋ ਜੀ। ਵਜ੍ਹਾ ਕੀ ਹੋ ਰਹੀ ਹੈ ਪੰਜਾਬੀਆਂ ਦੇ ਵਿੱਚ ਖੁਦਕੁਸ਼ੀ ਦੀ ਪ੍ਰਵਿਰਤੀ ਕਿਉਂ ਵੱਧ ਰਹੀ ਹੈ? ਦੇਖੋ ਇਹਦੇ ਕਈ ਨੇ ਕਾਰਨ ਵਿਜੇ ਜੀ, ਜੇ ਖੁਦਕੁਸ਼ੀਆਂ ਦੇ ਆਪਾਂ ਕਾਰਨ ਦੇਖੀਏ ਤਾਂ ਅਲੱਗ-ਅਲੱਗ ਆ। ਹੁਣ ਕਈ ਵਾਰੀ ਆਪਣਾ ਨਜ਼ਰੀਆ ਵੀ ਥੋੜਾ ਡਿਫਰੈਂਟ ਹੁੰਦਾ ਹੈ। ਮੈਂ ਸੋਚਦਾ ਹੁੰਦਾ ਕਿ ਯਾਰ ਕਿਸਾਨਾਂ ਨੂੰ ਆਪਾਂ ਕਹਿ ਤਾਂ ਦਿੰਦੇ ਆ, ਕਿਸਾਨ ਹੁੰਦਾ ਵੀ ਖੁਦ ਆ ਰਿਹਾ, ਕਿਸਾਨ ਮੇਰਾ ਪੂਰਾ ਬੁਜ਼ਦਿਲ ਜਾਂ ਕਰਜ਼ਾਈ ਨਹੀਂ ਹੁੰਦਾ। ਕਈ ਵਾਰ ਉਹਦੇ ਘਰ ਖਲੋਤੀ ਚੀਜ਼ ਨੂੰ ਖੋਹਣਾ ਪੈਂਦੇ ਨੇ, ਉਹਦੀ ਧੀ ਧਿਆਣੀ ਦਾ ਵਿਆਹ ਰੱਖਿਆ ਹੁੰਦਾ ਹੈ, ਉਹ ਆੜਤੀ ਹੈ ਸ਼ਾਹੂਕਾਰ ਆ ਜਾਂਦਾ ਹੈ, ਉਹਦੇ ਕੋਲੇ ਆਪਸ਼ਨ ਕੀ ਹੈ? ਕਿਉਂਕਿ ਉਹ ਖੁਦ ਆ ਰਿਹਾ ਹੈ, ਇਹਨਾਂ ਚੀਜ਼ਾਂ ਲਈ ਉਹ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਉਂਦਾ। ਸੋ ਇਸ ਕਰਕੇ ਕਈ ਚੀਜ਼ਾਂ ਨੇ ਇਸ ਮਸਲੇ ਦੇ ਉੱਤੇ, ਪਰ ਸਭ ਤੋਂ ਵੱਡੀ ਜਿਹੜੀ, ਕਿਉਂਕਿ ਬਹੁਤ ਲੰਬੀ ਚੌੜੀ ਡਿਬੇਟ ਹੋ ਸਕਦੀ ਹੈ ਜੇ ਆਪਾਂ ਦੇਖੀਏ, ਕਿਉਂਕਿ ਮਨੋਵਿਗਿਆਨਕ ਵਿਸ਼ਾ ਹੈ ਜੀ, ਜਿਹਦੀ ਐਕਸਪਰਟੀ ਵੀ ਕੁਝ ਬੰਦਿਆਂ ਕੋਲ ਹੁੰਦੀ ਹੈ, ਆਪਣੇ ਕੋਲ ਤੇ ਨਹੀਂ ਹੈ। ਪਰ ਆਪਾਂ ਤਾਂ ਹੁਣ ਜੋ ਮੀਡੀਆ ਨਾਲ ਜੁੜੀਆਂ ਚੀਜ਼ਾਂ ਉਹਨਾਂ ਨੂੰ ਵੇਖਦੇ ਵਾਚਦੇ ਹਾਂ। ਪਰ ਵਿਜੇ ਜੀ ਇਹਦੇ 'ਚ ਇੱਕ ਚੀਜ਼ ਹੁਣ ਜਿਹੜੀ ਹੈ ਉਹ ਬੜੀ ਚਿੰਤਾਜਨਕ ਨਿਕਲ ਰਹੀ ਹੈ ਪੰਜਾਬੀਆਂ ਵਾਸਤੇ, ਜਿਹੜੇ ਆંકੜੇ ਆਏ ਆ। ਕਿਉਂਕਿ ਤੁਹਾਨੂੰ ਪਤਾ ਹੀ ਹੈ ਇੱਥੇ ਸਾਡੇ ਹੈਗਾ ਨਾ ਜਿਹੜਾ NCRB ਹੈ, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ, ਉਹ ਸਾਰਾ ਜੋ ਵੀ ਡਾਟਾ ਹੁੰਦਾ ਉਹ ਇਕੱਠਾ ਕਰਦੇ ਨੇ, ਕਲੈਕਟ ਕਰਦੇ, ਫਿਰ ਉਹ ਡਾਟਾ ਜਾਰੀ ਹੁੰਦਾ ਹੈ ਕਿ ਕਿੱਥੇ ਕਿਹੜਾ ਕ੍ਰਾਈਮ ਕਿੰਨਾ ਹੋਇਆ, ਉਹ ਸਾਰੇ ਡਾਟਾ ਅੰਕੜੇ ਜਿਹੜੇ ਉਹ ਆਉਣਗੇ। ਤਾਂ ਇਹਦੇ ਵਿੱਚ ਸਭ ਤੋਂ ਜਿਹੜੀ ਚਿੰਤਾਜਨਕ ਗੱਲ ਹੈ, ਜਿਹੜੀ ਸਾਨੂੰ ਸੋਚਣ ਵਾਸਤੇ ਮਜਬੂਰ ਕਰਦੀ ਹੈ,
ਕਿ ਸਾਡੇ ਜਿਹੜੇ ਖੁਦਕੁਸ਼ੀਆਂ ਕਰਨ ਵਾਲੇ ਆ ਉਹ ਵਧੇਰੇ ਬਿਮਾਰੀਆਂ ਤੋਂ ਪੀੜਤ ਨੇ। ਮਤਲਬ ਜਿਹੜੇ ਬਿਮਾਰੀਆਂ ਤੋਂ ਪੀੜਤ ਲੋਕ ਨੇ, ਬਿਮਾਰੀ ਕਰਕੇ ਜ਼ਿੰਦਗੀ ਹਾਰਦੇ ਆ, ਮੌਤ ਨਹੀਂ ਮਾਰ ਰਹੀ ਜੀ, ਮੌਤ ਆਉਣ ਤੋਂ ਪਹਿਲਾਂ ਹੀ ਖੁਦ ਨੂੰ ਮਾਰ ਰਹੇ ਨੇ। ਉਹ ਜਿਹੜੀ ਦਰ ਆ ਉਹ ਸਾਡੀ ਟੋਟਲ ਕਹਿ ਲਓ ਕਿ ਜੋ ਖੁਦਕੁਸ਼ੀਆਂ ਸਾਡੀਆਂ ਕੁੱਲ ਨੇ ਉਹਦਾ 44% ਹੈ। 44 ਵੀ ਨਹੀਂ, ਆਲਮੋਸਟ 45 ਕਹਿ ਸਕਦੇ, 44.8 ਆ। ਤਾਂ ਸਮਝ ਲਓ ਕਿ ਤਕਰੀਬਨ ਅਸੀਂ ਅੱਧ ਪਚੱਧ ਇਹੀ ਰੱਖੀ ਬੈਠੇ ਹਾਂ। ਤੇ ਜੇ ਕੌਮੀ ਪੱਧਰ ਤੇ ਦੇਖੋਗੇ ਤਾਂ ਉਹ ਅੰਕੜਾ ਹੈਗਾ 18.6। 18.6 ਦੇ ਮੁਕਾਬਲੇ ਜਿਵੇਂ 2021 ਦੇ ਵਿੱਚ ਜਿਹੜੀਆਂ ਖੁਦਕੁਸ਼ੀਆਂ ਹੋਈਆਂ ਨੇ ਉਹਦਾ ਇਹ ਸਾਰਾ ਬਿਊਰਾ ਉਹਨਾਂ ਨੇ ਦਿੱਤਾ ਕਿ ਕਿਸ ਤਰੀਕੇ ਦੇ ਨਾਲ ਜਿੰਨੀਆਂ ਖੁਦਕੁਸ਼ੀਆਂ ਹੋਈਆਂ ਪੰਜਾਬ ਦੇ ਵਿੱਚ ਉਹਦਾ 44-45% ਜਿਹੜਾ ਉਹ ਬਿਮਾਰੀਆਂ ਤੋਂ ਪੀੜਤ, ਮਤਲਬ ਕਿ 1164 ਲੋਕਾਂ ਨੇ ਖੁਦਕੁਸ਼ੀ ਕੀਤੀ ਆ ਕਿਸੇ ਨਾ ਕਿਸੇ ਬਿਮਾਰੀ ਦੇ ਚਲਦੇ ਆ। ਇਹ 2-3 ਚੀਜ਼ਾਂ ਇਹਦੇ ਚ ਮਹੱਤਵਪੂਰਨ ਦੇਖਣੀਆਂ ਪੈਣਗੀਆਂ। ਇੱਕ ਤੇ ਇਹ ਕਿ ਦੇਖੋ ਆਪਾਂ ਜਿਵੇਂ ਜੁਆਇੰਟ ਫੈਮਲੀਆਂ ਚੋਂ ਟੁੱਟੇ ਇਕਾਂਗੀ ਪਰਿਵਾਰਾਂ ਦੇ ਵਿੱਚ ਆਪਾਂ ਜਾ ਕੇ ਤੇ ਸਿਮਟ ਗਏ, ਉਹਨਾਂ ਦੇ ਵਿੱਚੋਂ ਵੀ ਇੱਕ ਕਮਰੇ ਦੀ ਲਾਈਫ ਹੈ ਜੀ। ਕੁਝ ਚੀਜ਼ਾਂ ਇਹ ਨੇ ਸੋਸ਼ਲੀ ਬਹੁਤ ਲੰਮਾ ਚੌੜਾ ਵਿਸ਼ਾ ਬਣ ਜਾਂਦਾ। ਪਰ ਇੱਕ ਚੀਜ਼ ਹੋਰ ਵੀ ਹੈ ਕਿ ਮੈਡੀਕਲ ਦਾ ਖਰਚਾ ਬਹੁਤ ਹੈ। ਜਿੱਦਾਂ ਤੁਹਾਡੇ ਇੱਥੇ ਚਲੋ ਸਪੋਰਟ ਹੈਗੀ ਹੈ ਸਿਸਟਮ ਦੀ, ਹਾਲਾਂਕਿ ਤੁਸੀਂ ਟੈਕਸ ਪੇਅਰ ਬੜੇ ਹੈਵੀ ਹੁੰਦੇ ਹੋ, ਇਸ ਮਾਮਲੇ 'ਚ ਤੁਹਾਨੂੰ ਟੈਕਸ ਵੀ ਬੜੇ ਪੈਂਦੇ ਨੇ, ਪਰੰਤੂ ਇਹ ਆ ਕਿ ਇਧਰਲੇ ਪਾਸੇ ਏਦਾਂ ਦੀ ਜੇ ਕੋਈ ਬਿਮਾਰੀ ਲੱਗ ਜਾਵੇ ਜਿਹਦਾ ਸਰਕਾਰ ਕੋਈ ਇਲਾਜ ਨਹੀਂ ਕਰ ਪਾ ਰਹੀ ਤਾਂ ਕਈ ਵਾਰ ਇਹ ਚੀਜ਼ ਵੀ ਸੋਲ ਵਾਂਗੂ ਚੁਭਦੀ ਆ, ਤਾਂ ਵੀ ਬੰਦਾ ਮਾਨਸਿਕ ਤੌਰ ਤੇ ਟੁੱਟਦਾ ਹੈ। ਬਾਕੀ ਜਿਹੜੀ ਤੀਸਰੀ ਗੱਲ ਹੈ ਕਿ ਇੱਥੇ ਕਾਉਂਸਲਿੰਗ ਵਗੈਰਾ ਜਿਹੜੀ ਆ ਬਹੁਤ ਘੱਟ ਹੁੰਦੀ ਹੈ, ਮਾਨਸਿਕ ਤੌਰ ਤੇ ਬਹੁਤ ਜਲਦੀ ਹਾਰ ਜਾਂਦੇ ਨੇ। ਵੈਸੇ ਜੇ ਤੁਸੀਂ ਇੱਕ ਚੀਜ਼ ਹੋਰ ਨੋਟ ਕਰੋਗੇ ਜੀ, ਮੈਂ ਖੁਦਕੁਸ਼ੀਆਂ ਦੇ ਸੰਦਰਭ ਵਿੱਚ ਤੁਹਾਡੀ ਨਿਗਾਹ ਇੱਕ ਹੋਰ ਪੱਖ ਵੱਲ ਲਿਜਾਣੀ ਚਾਹਾਂਗਾ। ਇੱਥੇ ਸਮੂਹਿਕ ਖੁਦਕੁਸ਼ੀਆਂ ਬਹੁਤ ਹੋ ਰਹੀਆਂ ਨੇ ਕਿ ਪਹਿਲਾਂ 4 ਜੀ ਮਾਰੋ, 5ਵਾਂ ਆਪ ਪਿਛਲੇ ਦਿਨਾਂ ਦੀ ਗੱਲ ਹੈ, ਏਦਾਂ ਹੀ ਹੋਇਆ 3-4 ਜੀ ਮਾਰ ਕੇ ਉਸ ਵਿਅਕਤੀ ਨੇ ਆਪਣੇ ਆਪ ਨੂੰ ਖਤਮ ਕਰ ਲਿਆ। ਵੈਸੇ ਅਬਾਲੇ ਦੀ ਗੱਲ ਹੈ ਪਰ ਉਹ ਸਿੱਖ ਪਰਿਵਾਰ ਚੋਂ ਸੀ। ਦੂਜੀ ਚੀਜ਼ ਕਿ ਇਸ ਮਾਮਲੇ ਦੇ ਵਿੱਚ ਮਾਨਸਿਕ ਪਰੇਸ਼ਾਨੀ ਬਹੁਤ ਵੱਡਾ ਰੋਲ ਅਦਾ ਕਰ ਰਹੀ ਹੈ। ਵੈਸੇ ਮਾਨਸਿਕ ਪਰੇਸ਼ਾਨੀਆਂ ਦੇ ਕਰਕੇ ਜਿਹੜੀਆਂ ਖੁਦਕੁਸ਼ੀਆਂ ਹੋ ਰਹੀਆਂ, ਡਿਪਰੈਸ਼ਨ ਕਰਕੇ, ਉਹਨਾਂ ਦੇ ਵੀ ਅੱਡ ਤੋਂ ਅੰਕੜੇ ਨਿਕਲਦੇ ਨੇ। ਪਰ ਕਿਤੇ ਨਾ ਕਿਤੇ ਇਹਦੇ ਨਾਲ ਜੋੜ ਸਕਦੇ ਆਪਾਂ ਕਿ ਮਾਨਸਿਕ ਤੌਰ ਤੇ ਜਿਹੜਾ ਆਪਾਂ ਚੜ੍ਹਦੀ ਕਲਾ ਵਾਲਾ ਸੰਕਲਪ ਹੈ ਕਿ ਕੁਝ ਨਹੀਂ ਹੁੰਦਾ, ਅੰਤਲ ਤੱਕ ਜੂਝਣਾ, ਉਹ ਸੰਕਲਪ ਕਿਤੇ ਨਾ ਕਿਤੇ ਸਾਨੂੰ ਫੇਰ ਉਹ ਚੜ੍ਹਦੀ ਕਲਾ ਵਾਲਾ ਸੰਕਲਪ ਫੜਨਾ ਹੈ ਉਹ ਜਾਂ ਫੜਾਉਣਾ ਪਵੇਗਾ ਹਰ ਬੰਦੇ ਨੂੰ। ਇਸ ਤਰ੍ਹਾਂ ਦਾ ਮੈਕੈਨਿਜ਼ਮ ਹੈ ਨਹੀਂ ਸਰਕਾਰੀ ਤੌਰ ਤੇ ਵੀ, ਸੋਸ਼ਲੀ ਵੀ, ਸਮਾਜਿਕ ਤੌਰ ਤੇ ਵੀ। ਜੀ ਤੁਸੀਂ ਦੇਖੋਗੇ ਸਾਡੇ ਕੋਲ ਇਸ ਤਰ੍ਹਾਂ ਦਾ ਤਾਣਾ ਬਾਣਾ ਹੈ ਨਹੀਂਗਾ। ਹੌਸਲਾ ਦੇਣਾ ਤੇ ਅਸੀਂ ਇੱਕ ਦੂਜੇ ਨੂੰ ਛੱਡ ਹੀ ਗਏ ਹਾਂ, ਇੱਥੇ ਤੇ ਟੀਚਰਾਂ ਜ਼ਿਆਦੀਆਂ ਕਰਦੇ ਆ ਨਾ ਲੋਕ। ਸੋ ਇਸ ਕਰਕੇ ਇਹਦੇ ਕਈ ਕਾਰਨ ਹੋ ਸਕਦੇ ਆ, ਪਰ ਬਹੁਤ ਵੱਡੀ ਤਾਦਾਦ ਦੇ ਵਿੱਚ ਖੁਦਕੁਸ਼ੀਆਂ ਜਿਹੜੀਆਂ ਬਿਮਾਰੀ ਕਾਰਨ ਹੋ ਰਹੀਆਂ। ਔਰ ਬਿਮਾਰੀ ਦੇ ਵਿੱਚੋਂ ਮੈਂ ਤੁਹਾਨੂੰ ਦੱਸਾਂ, ਹੁਣ ਜਿਵੇਂ ਆਮ ਤੌਰ ਤੇ ਅੱਜ ਕੱਲ੍ਹ ਨੌਜਵਾਨ ਟੀਕੇ ਲਾਉਂਦੇ, HIV ਹੋ ਜਾਂਦਾ। HIV ਉਹ ਬਿਮਾਰੀ ਇਸ ਤਰ੍ਹਾਂ ਦੀ ਹੈ, ਲੋਕ ਇਹ ਕਾਰਤ ਭਰੀ ਨਿਗਾਹ ਨਾਲ ਇੱਕ ਤੇ ਇਹਨੇ ਘਰ ਖਰਾਬ ਕਰ ਲਿਆ, ਜ਼ਿੰਦਗੀ ਖਰਾਬ ਕਰ ਲਈ, ਉਹ ਟੀਚਰਾਂ ਵੇਲੇ ਵੀ ਬਹੁਤ ਵੱਜਦੇ ਨੇ। ਇਸ ਕਰਕੇ ਅੰਦਰੇ ਬੰਦੇ ਘੁੱਟੀ ਜਾਂਦੇ ਆ, ਅੰਦਰ ਖੁਰੀ ਜਾਂਦੇ ਆ। ਇਸ ਕਰਕੇ ਇੱਕ ਮਾਹੌਲ ਵਧੀਆ ਤਿਆਰ ਕਰਨਾ ਪਏਗਾ। ਪਰ ਸਭ ਤੋਂ ਵੱਡੀ ਗੱਲ ਹੈ ਕਿ ਇਲਾਜ ਪ੍ਰਣਾਲੀ ਜਿਹੜੀ ਹੈ ਉਹ ਬਹੁਤ ਮਹੱਤਤਾ ਰੱਖਦੀ ਹੈ ਜੀ। ਮਿੰਟੂ ਜੀ, ਇਹ ਦੱਸਿਓ ਜਿਹੜੇ ਕਾਂਗਰਸ ਦੇ ਸੂਬਾ ਇੰਚਾਰਜ ਨੇ ਉਹਨਾਂ ਨੂੰ ਆਖਰਕਾਰ ਆਪਣੇ ਆਗੂਆਂ ਨੂੰ ਕਹਿਣਾ ਪੈ ਗਿਆ ਕਿ ਵੀ ਬਾਹਰ ਜਾ ਕੇ ਰੌਲਾ ਨਾ ਪਾਓ, ਜਿਹੜੀ ਆਪਣੀ ਅੰਦਰ ਦੀ ਗੱਲ ਹੈ ਉਹਨੂੰ ਆਪਣੇ ਤੱਕ ਹੀ ਸੀਮਤ ਰੱਖੀਏ। ਬਸ ਕਹਿਣ ਦਾ ਮਤਲਬ ਹੈ ਕਿ ਰੌਲਾ ਪਾਉਣਾ ਤੇ ਚੁੱਪ ਕਰਕੇ ਪਾਓ, ਰੌਲਾ ਨਾ ਪਾਓ। ਰੌਲਾ ਪਾਉਣਾ ਤਾਂ ਚੁੱਪ ਕਰਕੇ ਪਾ ਲਓ, ਵੀ ਘਰ ਦੇ ਵਿੱਚ ਪਾ ਲਓ, ਬਾਹਰ ਤਮਾਸ਼ਾ ਨਾ ਦਿਖਾਓ। ਮਸਲਾ ਉਹੀ ਹੈ, ਸੁਖਪਾਲ ਸਿੰਘ ਖਹਿਰਾ ਨੂੰ ਇਹਨਾਂ ਨੇ ਨੋਟਿਸ ਦੇ ਦਿੱਤਾ। ਸੁਖਪਾਲ ਖਹਿਰਾ ਦੀ ਗੱਲ ਚੁਭੀ ਬੜੀ ਹੈ। ਪਰ ਜੇ ਤੁਸੀਂ ਇੱਥੇ ਬੈਠੇ ਵੀ ਵਿਜੇ ਜੀ ਦੇਖੋਗੇ ਪੰਜਾਬ ਦੇ ਰਾਜਨੀਤਿਕ ਤਾਣੇ ਬਾਣੇ ਨੂੰ, ਕਿ ਲੱਗਦਾ ਨਹੀਂ ਹੈ ਕਿ ਮੂੰਹ ਸਹੀ ਸੀਗਾ ਰਾਜਾ ਵੜਿੰਗ ਦਾ, ਕਿਉਂਕਿ ਰਾਜਾ ਵੜਿੰਗ ਦੇ ਨਾਲ ਸਪੋਰਟ ਜ਼ਰੂਰ ਹੈ ਜੋ ਇਹਨਾਂ ਦੇ ਸੂਬਾਈ ਮਾਮਲਿਆਂ ਦੇ ਇੰਚਾਰਜ ਨੇ ਹਰੀਸ਼ ਰਾਵਤ, ਹਰੀਸ਼ ਤੋਂ ਬਾਅਦ ਚੌਧਰੀ ਹਰੀਸ਼ ਜੀ ਆ ਗਏ, ਇਹ ਰਾਜਸਥਾਨ ਤੋਂ ਆਉਂਦੇ, ਉਹ ਉੱਤਰਾਖੰਡ ਤੋਂ ਸਨ। ਤਾਂ ਗੱਲ ਇਹ ਹੈ ਕਿ ਇਹ ਮਸਲਾ ਜਿਹੜਾ ਕਿ ਬਈ ਤੁਸੀਂ ਇਹ ਤਾਂ ਦੇਖੋ ਨਾ ਕਿ ਕਾਂਗਰਸ ਚੱਲ ਕਿੱਦਾਂ ਰਹੀ, ਔਰ ਤੁਸੀਂ ਅਨੁਸ਼ਾਸਨ ਦੀ ਗੱਲ ਕਰਦੇ ਹੋ। ਹੁਣ ਤੁਸੀਂ ਸੁਖਪਾਲ ਖਹਿਰਾ ਦੇ ਇੱਕ ਸੁਝਾਅ ਤੇ ਉਹਨੂੰ ਨੋਟਿਸ ਦੇ ਦਿੱਤਾ, ਤਾਂ ਤੁਸੀਂ ਇਹ ਦੇਖੋ ਕਿ ਪ੍ਰਨੀਤ ਕੌਰ ਭਾਰਤੀ ਜਨਤਾ ਪਾਰਟੀ ਨਾਲ ਪਾਰਟੀ ਦੀ ਮੀਟਿੰਗ ਅਟੈਂਡ ਕਰ ਰਹੀ ਹੈ ਆਪਣੇ ਵੱਲੋਂ, ਜਿਹੜੀ ਉਹਨਾਂ ਦੀ ਆਪਣੀ ਘਰ ਦੀ ਪਾਰਟੀ ਆ, ਉਹਦੇ ਇੱਕ ਨੁਮਾਇੰਦੇ ਵਜੋਂ ਉਹ ਪਾਰਟੀ ਅਟੈਂਡ ਕਰ ਰਹੀ ਹੈ, ਮੀਟਿੰਗ ਅਟੈਂਡ ਕਰ ਰਹੀ ਹੈ, ਸਾਰਾ ਕੁਝ ਕਰ ਰਹੀ ਹੈ। ਤੁਸੀਂ ਕੀ ਕਰ ਰਹੇ ਹੋ? ਚੰਨੀ ਦਾ ਭਰਾ ਚੋਣ ਲੜ ਗਿਆ, ਚੰਨੀ ਨੂੰ ਕੁਛ ਨਹੀਂ ਹੈ ਜੀ।
ਰਾਣਾ ਗੁਰਜੀਤ ਦਾ ਬੇਟਾ ਇਲੈਕਸ਼ਨ ਲੜ ਗਿਆ, ਉਹਨੂੰ ਕੁਛ ਨਹੀਂ ਹੈ, ਪਰ ਜਿਨ੍ਹਾਂ ਨੂੰ ਕਰਨਾ ਉਹਨਾਂ ਨੂੰ ਝੱਟ ਜਨੂਸ ਫੜਾ ਦਿੱਤਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਕਾਂਗਰਸ ਨੂੰ ਲੈ ਡੁੱਬੀਆਂ, ਪਰ ਇਹ ਹਾਲੇ ਵੀ ਉਹਨਾਂ ਚੀਜ਼ਾਂ ਤੋਂ ਸਬਕ ਨਹੀਂ ਸਿੱਖਦੇ। ਹੁਣ ਇਹਨਾਂ ਨੇ ਕਹਿ ਦਿੱਤਾ ਕਿ ਬਈ ਗੱਲ ਜਿਹੜੀ ਕਰਨੀ ਆ ਤੁਸੀਂ ਪਾਰਟੀ ਦੇ ਫੋਰਮ ਤੇ ਕਰੋ, ਬਾਹਰ ਨਾ ਕਰੋ। ਪਰ ਰੌਲਾ ਇਹ ਹੈ ਕਿ ਜਦੋਂ ਪਾਰਟੀ ਦੇ ਵਿੱਚ ਕੋਈ ਕਰਦਾ ਉਦੋਂ ਸੁਣਦੇ ਨੇ, ਤੁਹਾਡੇ ਆਪਣੇ ਬੰਦੇ ਤੇ ਇਹ ਗੱਲ ਕਹਿੰਦੇ ਆ ਕਿ ਉੱਥੇ ਤੇ ਵਰਕਰਾਂ ਦੀ ਕਦਰ ਨਹੀਂ ਹੈਗੀ। ਵਰਕਰਾਂ ਦੀ ਕਦਰ ਛੱਡੋ, ਤੁਹਾਨੂੰ ਯਾਦ ਹੋਏਗਾ ਅਮਰਿੰਦਰ ਸਿੰਘ ਦੇ ਦਰਬਾਰ ਦੇ ਵਿੱਚ, ਕਹਿ ਲਓ ਆਪਾਂ ਸੋਖਾਲ ਦਰਬਾਰ ਹੀ ਕਹਾਂਗੇ ਇਹਨਾਂ ਦਾ, ਕਿ ਜਦੋਂ ਭਾਈ ਸੁਨੀਲ ਜਾਖੜ ਜਾਂਦਾ ਤਾਂ ਉਹਦਾ ਮੋਬਾਈਲ ਤੱਕ ਰਖਾ ਲਿਆ ਜਾਂਦਾ, ਉਹਨੂੰ ਅੱਡ ਕਮਰੇ 'ਚ ਬਿਠਾ ਦਿੱਤਾ ਜਾਂਦਾ ਸਿਕਿਉਰਿਟੀ ਵਾਲਿਆਂ ਨੂੰ ਕਿ ਮੋਬਾਈਲ ਬਾਹਰ ਰੱਖ ਕੇ ਜਾ ਸੁਨੀਲ ਜਾ। ਫਿਰ ਸੁਨੀਲ ਜਾਖੜ ਉੱਤੇ ਰਹਿ ਕੇ ਕੀ ਕਰੇਗਾ ਕਾਂਗਰਸ 'ਚ? ਬਹੁਤ ਕੁਛ ਹੈ ਕਿ ਠੀਕ ਹੈ, ਚਲੋ ਤੁਸੀਂ ਸਭ ਤੋਂ ਹੁਣ ਉੱਥੇ ਇੰਚਾਰਜ ਦੇ ਮਾਮਲੇ 'ਚ ਕਹਿ ਲਓ ਕਿ ਸਿਆਣੇ ਹੋ ਜਾਂ ਸਭ ਤੋਂ ਵੱਡੇ ਹੋ, ਤੁਸੀਂ ਇੰਚਾਰਜ ਹੋ ਕੇ ਮਾਮਲੇ ਦੇਖ ਰਹੇ ਹੋ, ਪਰ ਇਹ ਮਾਮਲੇ ਵਿਗੜੇ ਕਿਉਂ ਹੈ? ਇਹਦੀ ਤੰਦ ਤਾਂ ਫੜੋ ਨਾ ਜੀ। ਇਸ ਕਰਕੇ ਕਾਂਗਰਸ ਦੀ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਨਾ ਕਿ ਕੱਕਾ ਕਾਂਗਰਸ ਤੇ ਕੱਕਾ ਕਲੇਸ਼, ਇਹਨਾਂ ਨੇ ਨਾਲ ਹੀ ਚੱਲਣਾ ਹੁੰਦਾ ਹੈ। ਕੁਛ ਵੀ ਹੋ ਜਾਏ, ਚਾਹੇ ਆਪੋਜੀਸ਼ਨ 'ਚ ਰਹਿਣ, ਚਾਹੇ ਸਰਕਾਰ 'ਚ ਰਹਿਣ, ਕਿਤੇ ਵੀ ਰਹਿਣ, ਭਾਵੇਂ ਇੱਕ ਕਾਰ 'ਚ ਬਿਠਾ ਦਿਓ, ਕਿਤੇ ਟਰਾਲੀ 'ਚ ਬਿਠਾ ਦਿਓ, ਇਹਨਾਂ ਨੇ ਬੈਠਣ ਤੋਂ ਝਗੜੀ ਜਾਣਾ। ਇਹਦੇ ਸਟੇਜ ਦੀਆਂ ਕੁਰਸੀਆਂ ਤੋਂ ਲੜ ਪੈਂਦੇ ਆ। ਇਸ ਕਰਕੇ ਕਲੇਸ਼ ਨਾਲ ਰਹਿਣਾ। ਪਰ ਇਸ ਕਲੇਸ਼ ਦਾ ਮੈਨੂੰ ਲੱਗਦਾ ਕਿ ਗਾ ਉਦੋਂ ਜਦੋਂ ਸਿੱਧੂ ਆ ਗਿਆ ਨਾ, ਉਦੋਂ ਦੇਖਿਓ ਕਿੱਦਾਂ ਪੈਂਦਾ। ਬਿਲਕੁਲ। ਤੇ ਮਿੰਟੂ ਜੀ, ਅੱਜ ਦੀ ਖੁਸ਼ਨੁਮਾ ਖਬਰ ਕੀ ਹੈ ਜੀ? ਸਾਡੇ ਪਿੰਡਾਂ ਵੱਲ ਨਾ ਇੱਧਰ ਪਿੰਡਾਂ ਦੇ ਨਾਂ ਬੜੇ ਦਿਲਚਸਪ ਆ, ਗਿੱਦੜਾਂ ਵਾਲੀ, ਕੱਟਿਆਂ ਵਾਲੀ, ਡੰਗਰ ਖੇੜਾ, ਝੋਟਿਆਂ ਵਾਲੀ। ਸੋ ਇਸ ਤਰ੍ਹਾਂ ਦੇ ਬੜੇ ਦਿਲਚਸਪ ਨਾਮ ਆ। ਤੇ ਇਹਨਾਂ ਵਿੱਚੋਂ ਇੱਕ ਪਿੰਡ ਆ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ, ਡੰਗਰ ਖੇੜਾ। ਆਪਾਂ ਕਹਿੰਦੇ ਨੇ ਪੜਿਆ ਪੁੜਿਆ ਹਲੇ ਦਾ ਡੰਗਰ ਹੈ ਜਿਹੜਾ। ਸਾਡੇ ਬਜ਼ੁਰਗ ਪਹਿਲਾਂ ਏਦਾਂ ਕਹਿੰਦੇ ਹੁੰਦੇ ਸੀ ਅਨਪੜ੍ਹ ਬੰਦਿਆਂ ਨੂੰ। ਪਰ ਇਸ ਪਿੰਡ ਦੇ ਵਿੱਚੋਂ, ਛੋਟਾ ਜਿਹਾ ਪਿੰਡ ਹੈ, ਜਦੋਂ ਤੁਸੀਂ ਅਬੋਹਰ ਤੋਂ ਫਾਜ਼ਿਲਕਾ ਨੂੰ ਟਰੈਵਲ ਕਰਦੇ ਹੋ ਉਹਦੇ ਉੱਤੇ ਪਿੰਡ ਆ। ਅੱਛਾ, ਕੋਈ ਵੱਡਾ ਪਿੰਡ ਨਹੀਂ ਹੈ। ਕਮਾਲ ਦੀ ਗੱਲ ਇਹ ਹੈ ਕਿ 30 ਨੌਜਵਾਨ ETT ਟੀਚਰ ਭਰਤੀ ਹੋਏ ਨੇ ਇਹਨਾਂ ਦੇ। ਅੱਛਾ ਜੀ। ਇੱਕੋ ਪਿੰਡ ਚੋਂ 200 ਟੋਟਲ ਟੀਚਰ ਆ ਹੁਣ ਤੱਕ। ਛੋਟੇ ਜਿਹੇ ਪਿੰਡ ਚੋਂ ਟੋਟਲ 400 ਸਰਕਾਰੀ ਇੰਪਲਾਈ ਤੇ 65% ਉਹਦੇ ਚੋਂ ਔਰਤਾਂ ਨੇ, ਬੀਬੀਆਂ ਨੇ। ਹਿਸਾਬ ਲਾ ਲਓ ਕਿ ਐਸੀ ਇਲਮ ਦੀ ਉੱਥੇ ਜੋਤ ਜਗੀ ਹੈ ਕਿ ਬਾਈ ਚਾਨਣ ਮੁਨਾਰਾ ਬਣ ਗਿਆ ਪਿੰਡ। ਤਾਂ ਹੁਣ ਆਸੇ ਪਾਸੇ ਦੇ ਪਿੰਡ ਵੀ ਜਿਹੜੇ ਆ, ਚਾਹੇ ਉਹ ਡੰਗਰ ਖੇੜਾ ਦੇ ਨਾਲ ਵਜੀਦਪੁਰ ਹੈ, ਚੂੜੀ ਵਾਲਾ ਹੈ, ਇਹ ਨਾ ਬੜੇ ਇੰਟਰਸਟ ਨੇ ਇੱਧਰ ਦੇ। ਤਾਂ ਉੱਥੇ ਵੀ ਇਸ ਤਰ੍ਹਾਂ ਦਾ ਇੱਕ ਪੈਟਰਨ ਸ਼ੁਰੂ ਹੋ ਗਿਆ। ਪੈਟਰਨ ਕੀ ਸੀ ਇਹਨਾਂ ਦਾ ਕਿ ਜਿਹੜੇ ਪੜ੍ਹੇ ਲਿਖੇ ਸੀਗੇ, ਕਿਉਂਕਿ ਇਲਾਕਾ ਬਹੁਤ ਬੈਕਵਰਡ ਸਮਝਿਆ ਜਾਂਦਾ ਪੜ੍ਹਾਈ ਲਿਖਾਈ ਦੇ ਮਾਮਲੇ 'ਚ, ਤਾਂ ਜਿਹੜੇ ਲੋਕ ਪੜ੍ਹ ਲਿਖ ਗਏ ਉਹਨਾਂ ਨੇ ਕੀ ਕੀਤਾ ਕਿ 5 ਬੱਚਿਆਂ ਨੂੰ ਹੋਰ ਪੜਾਉਣਾ ਸਟਾਰਟ ਕਰ ਦਿੱਤਾ, ਜਿਹੜੀ ਕਿ ਫਿਰ ਤਾਂ ਅੱਜ ਵੀ ਉਸ ਪਿੰਡ ਦੇ ਵਿੱਚ ਬਰਕਰਾਰ ਹੈ ਜੀ, ਕਿ ਕੋਈ ਵੀ ਪੜ੍ਹ ਲਿਖ ਜਾਂਦਾ ਹੈ, ਜੌਬ ਹਾਸਲ ਕਰ ਲੈਂਦਾ ਹੈ। ਇਹ ਨਹੀਂ ਹੈ ਕਿ ਬਸ ਉਹ ਆਪਣੇ ਤੱਕ ਸੀਮਤ ਹੋ ਜਾਏਗਾ, ਉਹ ਪਿੰਡ ਦੇ ਦੂਸਰੇ ਬੱਚਿਆਂ ਨੂੰ ਗਾਈਡ ਵੀ ਕਰਦਾ ਹੈ ਔਰ ਉਹਨਾਂ ਨੂੰ ਇਲਮ ਵੀ ਦਿੰਦਾ ਹੈ, ਉਹਨਾਂ ਨੂੰ ਗਿਆਨ ਵੀ ਦਿੰਦਾ ਹੈ। ਜੀ ਬਹੁਤ ਵਧੀਆ ਗੱਲ ਹੈ ਇਹ। ਉਹੀ ਗੱਲ ਨਾ ਕਿ ਜਦੋਂ ਕੋਈ ਵਿਅਕਤੀ ਆਪ ਤਰੱਕੀ ਕਰ ਲੈਂਦਾ, ਤੁਸੀਂ ਆਪਣੇ ਵਾਸਤੇ ਤਾਂ ਜੋ ਕੁਝ ਕਰਨਾ ਉਹ ਕਰ ਹੀ ਲੈਂਦੇ ਹੋ, ਬਾਕੀਆਂ ਵਾਸਤੇ ਕੀ ਕੁਝ ਕਰ ਰਹੇ ਹੋ, ਬਾਕੀਆਂ ਨੂੰ ਬਿਹਤਰ ਬਣਾਉਣ ਲਈ ਕੀ ਕਰ ਰਹੇ ਹੋ, ਉਹਦੀ ਮਿਸਾਲ ਹੈ।